गुड मॉर्निंग स्टूडेंट्स। ਆਪਾਂ ਪ੍ਰਾਰਥਨਾ ਜਿਹੜਾ ਪਾਠ ਹੈਗਾ ਉਹ ਪੜ੍ਹ ਰਹੇ ਸੀ ਆਪਣੀ 10th ਕਲਾਸ ਦਾ। ਦੇ ਵਿੱਚ ਆਪਾਂ ਪਿਛਲੇ ਦੋ ਲੈਕਚਰਸ ਦੇ ਵਿੱਚ ਇੱਥੇ ਤੱਕ ਪੜ੍ਹ ਲਿਆ ਸੀਗਾ। ਅੱਜ ਇਸ ਤੋਂ ਅੱਗੇ ਪੜ੍ਹਨਾ ਸੀਗਾ ਤੇ ਇਸ ਤੋਂ ਅੱਗੇ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਹਾਂਜੀ, ਇੱਥੇ ਪੜ੍ਹ ਰਹੇ ਸੀਗੇ ਕਿ ਜਿਹੜਾ ਕੈਦੀ ਸੀਗਾ ਉਹ ਜੇਲ੍ਹ ਦੇ ਵਿੱਚ ਬੰਦ ਸੀਗਾ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਜੇਲ੍ਹ ਦੇ ਵਿੱਚ ਉਹਦੇ ਬਾਰੇ ਗੱਲ ਕਰਦੇ ਸੀਗੇ। ਕਿਸ ਤਰ੍ਹਾਂ ਉਹ ਜਿਹੜਾ ਕੈਦੀ ਆ ਉਹ ਸਾਰਿਆਂ ਨੂੰ ਗਾਲਾਂ ਕੱਢਦਾ ਸੀ। ਉਸ ਤੋਂ ਬਾਅਦ ਜਦੋਂ ਉਹਨੇ ਗੁਰਬਾਣੀ ਦੀਆਂ ਕੁਝ ਤੁਕਾਂ ਪੜ੍ਹੀਆਂ, ਉਹਨੂੰ ਇੱਕ ਪੋਥੀ ਮਿਲੀ ਤਾਂ ਉਹਦਾ ਮਨ ਜਿਹੜਾ ਬਦਲਣਾ ਸ਼ੁਰੂ ਹੋ ਗਿਆ। ਤੇ ਆਪਾਂ ਜਿਹੜੀਆਂ ਲਾਈਨਾਂ ਇਹ ਕੱਲ ਪੜ੍ਹ ਲਈਆਂ ਸੀ ਕਿ ਕਿਸ ਤਰ੍ਹਾਂ ਜਦੋਂ ਬੰਦੇ ਦੇ ਉੱਤੇ ਕੋਈ ਸਮੱਸਿਆ ਵੀ ਆਉਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਪਰਮਾਤਮਾ ਆ ਉਹ ਸਾਰੇ ਸਾਥ ਛੱਡ ਜਾਂਦੇ, ਪਰ ਜਿਹੜਾ ਪਰਮਾਤਮਾ ਆ ਉਹ ਮਨੁੱਖ ਦਾ ਕਦੀ ਸਾਥ ਨਹੀਂ ਛੱਡਦਾ ਤੇ ਮਨੁੱਖ ਨੂੰ ਤੱਤੀ ਹਵਾ ਤੱਕ ਲੱਗਣ ਨਹੀਂ ਦਿੰਦਾ, ਜਾਣੀ ਕਿ ਤੱਤੀ ਹਵਾ। ਇਹ ਸਾਰਾ ਸ਼ਬਦ ਪੜ੍ਹ ਕੇ ਕੈਦੀ ਨੂੰ ਵੱਡਾ ਆਨੰਦ ਪ੍ਰਾਪਤ ਹੋਇਆ ਤੇ ਉਹ ਆਪਣੇ ਆਪ ਵਿੱਚ ਹੀ ਕਹਿਣ ਲੱਗਾ ਕਿ ਅੱਗੇ ਮੈਂ ਆਪਣੇ ਆਪ ਨੂੰ ਅਤ ਦੁਖੀ ਸਮਝਦਾ ਸਾਂ, ਪਰ ਹੁਣ ਮੈਂ ਆਨੰਦਿਤ ਹਾਂ। ਮੇਰੇ ਸਭ ਸੰਕਟ ਨਿਵਰਤ ਹੋ ਗਏ, ਜਿਸ ਦਾ ਕਾਰਨ ਈਸ਼ਵਰ ਪੁਰ ਭਰੋਸਾ ਤੇ ਉਸਦੀ ਬੇਅੰਤ ਦਇਆ ਹੈ। ਮੇਰਾ ਦਿਲ ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ, ਹੁਣ ਸ਼ਾਂਤ ਹੈ। ਇਸ ਪ੍ਰਕਾਰ ਕਰਤਾਰਪੁਰ ਭਰੋਸਾ ਕਰਕੇ ਸੱਚੇ ਪਛਤਾਵੇ ਤੇ ਉਪਾਸਨਾ ਤੋਂ ਇਹ ਅਪਰਾਧੀ ਸੁਖੀ ਹੋ ਗਿਆ। ਮਤਲਬ ਕਿ ਪ੍ਰਮਾਤਮਾ ਤੇ ਭਰੋਸਾ ਕਰਕੇ ਜਿਹੜਾ ਬੰਦਾ ਸੀਗਾ, ਜਾਂ ਇੱਥੇ ਕਰਤਾਰਪੁਰ ਜੋ ਲਿਖਿਆ ਮਤਲਬ ਕਰਤਾਰ ਤੇ ਕਰਤਾਰ ਉੱਤੇ ਸੱਚੇ ਪਾਤਸ਼ਾਹ ਪਛਤਾਵੇ ਤੇ ਉਪਾਸਨਾ ਤੋਂ ਇਹ ਅਪਰਾਧੀ ਸੁਖੀ ਹੋ ਗਿਆ ਕਿ ਸੱਚਾ ਪਛਤਾਵਾ ਕੀਤਾ ਤੇ ਉਹਨੇ ਪ੍ਰਮਾਤਮਾ ਦੀ ਉਪਾਸਨਾ ਕੀਤੀ, ਜਾਣੀ ਕਿ ਬੰਦਨਾ ਕੀਤੀ, ਪ੍ਰਮਾਤਮਾ ਦੇ ਅੱਗੇ ਬੇਨਤੀ ਕੀਤੀ ਤੇ ਅਪਰਾਧੀ ਸੁਖੀ ਹੋ ਗਿਆ ਤੇ ਉਸਦੇ ਸਭ ਸੰਕਟ ਨਿਵਰਤ ਹੋ ਗਏ। ਦਿਨੋਂ ਦਿਨ ਪਾਠ ਵਿੱਚ ਵੱਧ ਤੋਂ ਵੱਧ ਪ੍ਰੇਮੀ ਹੁੰਦਾ ਗਿਆ ਔਰ ਇੱਕ ਗ੍ਰੰਥੀ ਨੂੰ ਸਦਵਾ ਕੇ ਉਸ ਤੋਂ ਕਈ ਸ਼ਬਦਾਂ ਦੇ ਅਰਥ ਸਮਝਦਾ। ਇਹਨਾਂ ਗੱਲਾਂ ਦਾ ਫਲ ਇਹ ਹੋਇਆ ਕਿ ਕੈਦੀ ਦਾ ਵਰਤਾਰਾ ਹੋਰ ਦਾ ਹੋਰ ਹੋ ਗਿਆ। ਹਰੇਕ ਨਾਲ ਮਿੱਠਾ ਬੋਲੇ, ਨਿਮਰਤਾ ਨਾਲ ਵਰਤੇ। ਸਾਰੇ ਲੋਕ ਹੈਰਾਨ ਸਨ ਕਿ ਇਹ ਅਚਰਜ ਖੇਡ ਕੀ ਵਰਤ ਗਈ, ਜੋ ਇਸ ਦਾ ਸੁਭਾਅ ਅਜਿਹਾ ਫਟੀਜ ਗਿਆ ਕਿ ਇਹ ਕੀ ਹੋ ਗਿਆ ਕਿ ਜਿਹੜਾ ਕੈਦੀ ਸੀਗਾ, ਜਿਹੜਾ ਸਾਰਿਆਂ ਨੂੰ ਗਾਲਾਂ ਕੱਢਦਾ ਸੀ, ਬੁਰਾ ਕਹਿੰਦਾ ਸੀ, ਇੱਦਾਂ ਦਾ ਕੀ ਹੋ ਗਿਆ ਕਿ ਇਹਨੇ ਬੁਰਾ ਭਲਾ ਕਹਿਣਾ ਸਾਰਿਆਂ ਨੂੰ ਬੰਦ ਕਰ ਦਿੱਤਾ ਕਿ ਇਹ ਬਿਲਕੁਲ ਇੱਕ ਵੱਖਰੀ ਸ਼ਖਸੀਅਤ ਦਾ ਮਾਲਕ ਬਣ ਗਿਆ। ਇਸ ਤੋਂ ਕੁਝ ਦਿਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਰੋਹਤਾਸ ਆ ਡੇਰੇ ਲਾਏ। ਉਸ ਰਾਤ ਆਪ ਢਿੱਲੇ ਹੋ ਗਏ। ਦਵਾਵਾਂ ਦਰਮਲਾਂ ਸਭ ਅਫਲ ਗਈਆਂ, ਮਤਲਬ ਕਿ ਕੋਈ ਫਲ ਨਹੀਂ ਮਿਲਿਆ। ਦਵਾਵਾਂ ਕੀਤੀਆਂ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦਾ ਮਨ ਅਸ਼ਾਂਤ ਹੀ ਰਿਹਾ। ਜਦ ਅੱਧੀ ਰਾਤ ਤੱਕ ਨੀਂਦ ਨਾ ਆਈ ਤਾਂ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਕਰਤਾਰ, ਮੈਨੂੰ ਨੀਂਦ ਬਖਸ਼। ਝੱਟ ਅੱਖ ਲੱਗ ਗਈ ਤੇ ਸਵੇਰੇ ਰਾਜੀ ਖੁਸ਼ੀ ਉੱਠੇ। ਵਜ਼ੀਰ ਧਿਆਨ ਸਿੰਘ ਸਦਾ ਕੇ ਬੋਲੇ, ਰਾਜਾ ਜੀ, ਵਾਹਿਗੁਰੂ ਨੇ ਮੇਰੀ ਬੇਨਤੀ ਸੁਣੀ ਤੇ ਮੈਨੂੰ ਆਰਾਮ ਬਖਸ਼ਿਆ। ਮੈਂ ਅੱਜ ਉਸ ਸਿਰਜਣਹਾਰ ਦੇ ਧੰਨਵਾਦ ਵਿੱਚ ਚਾਹੁੰਦਾ ਹਾਂ ਕਿ ਇੱਕ ਭਾਰੇ ਕੈਦੀ ਨੂੰ ਛੁਟਕਾਰਾ ਦਿਆਂ। ਰਾਜਾ ਬੋਲਿਆ, ਸੱਚੇ ਪਾਤਸ਼ਾਹ, ਇਸ ਕਿਲੇ ਵਿੱਚ ਇੱਕ ਧਾੜਵੀ ਸਰਦਾਰ ਕੈਦ ਹੈ। ਉਸਦੀ ਕੈਦ ਵੀ ਕਰੜੀ ਹੈ ਤੇ ਆਪ ਦੀ ਮਿਹਰ ਦੇ ਯੋਗ ਇਸ ਵੇਲੇ ਉਹ ਹੀ ਹੈ। ਮਹਾਰਾਜ ਦਾ ਹੁਕਮ ਹੋ ਗਿਆ। ਝੱਟ ਕੈਦੀ ਨੂੰ ਛੁਟਕਾਰੇ ਦੀ ਖੁਸ਼ਖਬਰੀ ਸੁਣਾਈ ਗਈ ਔਰ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਆਪ ਨੇ ਹੱਸ ਕੇ ਪੁੱਛਿਆ, ਕਿਉਂ ਭਈ, ਅਜੇ ਸਿੱਧਾ ਹੋਇਆ ਹੈ ਕਿ ਨਹੀਂ? ਇਸ ਦੇ ਉੱਤਰ ਵਿੱਚ ਉਸਨੇ ਕੈਦਖਾਨੇ ਦਾ ਸਾਰਾ ਸਮਾਚਾਰ ਸੁਣਾ ਕੇ ਕਿਹਾ ਕਿ ਮਹਾਰਾਜ, ਆਪ ਦੀ ਕਿਰਪਾ ਨਾਲ ਮੈਂ ਧਾੜਵੀ ਤੋਂ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ। ਹੁਣ ਮੈਨੂੰ ਸੱਚੀ ਖੁਸ਼ੀ ਪ੍ਰਾਪਤ ਹੈ। ਮੇਰਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਹੀ ਉਸਦੀ ਬੇਅੰਤ ਦਇਆ ਨਾਲ ਖਲਾਸੀ ਹੋਈ ਹੈ ਤੇ ਅੰਤ ਨੂੰ ਵੀ ਮਹਾ ਭੋਜਲ ਤੋਂ ਉਸਨੇ ਛੁਟਕਾਰਾ ਬਖਸ਼ਣਾ। ਜਿਹੜਾ ਕੈਦੀ ਸੀਗਾ ਜਦੋਂ ਅੱਗੇ ਗਿਆ ਮਹਾਰਾਜਾ ਰਣਜੀਤ ਸਿੰਘ ਦੇ, ਤਾਂ ਉਹਨੇ ਇਹੀ ਕਿਹਾ ਕਿ ਕਿਸ ਤਰ੍ਹਾਂ ਕਿ ਉਹਨੇ ਸਾਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹ
कैदी बनिया, पहलों धाड़वी सी, फिर सरदार ते फिर कैदी बन गया, ते हुण परमात्मा दे नाल जुड़िया होया है। ते वो ये भी चाहुंदा कि इस संसार तो जिहड़ा वो परमात्मा आ, उन्हें ही उहनूं छुटकारा देना। भवजल मतलब कि जिहड़ा संसार आ, इहदे उत्ते जिहड़े दुख है, जिहड़े कलेश है, इहदे उत्ते जिहड़ियां समस्यावां आ, उन्हां सारे कुछ तो उसनूं छुटकारा उस परमात्मा ने ही दिवाउणा। महाराजा ये गल सुना के वड्डा प्रसन्न होया। ये गल सुन के वड्डा प्रसन्न होया कि महाराजा रणजीत सिंह ये गल सुन के बहुत प्रसन्न हुए, ते उसनूं फिर सरदारी देण लगा। पर उसने नक ना धरिया, भाव उसने सरदारी लैण तो लैनी प्रवान ना की, कि उन्हें मना करता कि मैं हुण ये सरदारी नहीं लैनी। प्यारे पाठकों, रता सोचो कि परमेश्वर को निश्चा करन ते उसदी सेवा विच प्रार्थना करनी मन नूं किड्डे शांतिदायक ਹਨ कि परमात्मा ਦੇ ਅੱਗੇ ਜਿਹੜੀ ਆਪਾਂ ਅਰਦਾਸ ਕਰਦੇ ਹਾਂ ਤੇ ਉਹਦੇ ਨਾਲ ਕਿੰਨਾ ਸਾਨੂੰ ਚੈਨ ਮਿਲਦਾ, ਸਾਡੇ ਮਨ ਨੂੰ ਕਿੰਨਾ ਸੁੱਖ ਮਿਲਦਾ। ਦੁੱਖ ਸੰਕਟ ਕਸ਼ਟ ਕੁਝ ਵੀ ਦੁਖਦਾਈ ਨਹੀਂ ਭਾਸਦੇ। ਕਦੀ ਕਿਸੇ ਮਨਮਤੀ ਦੀ ਇਸ ਗੱਲ ਪੁਰ ਨਾ ਪਤਿਆ ਕਰੋ ਕਿ ਪ੍ਰਾਰਥਨਾ ਕਰਨੀ ਵਿਅਰਥ ਹੈ। सदा इस गल नूं चेते रखो कि रब साडा दयालु पिता है ते असीं भुल्लणहार पुत्तर हां। कि मनमतीआ की हुंदा? मनमती आपां उहनां लोकां नूं कहने आ जिहड़े सिर्फ अपने मन की गल सुन के, आपां अगे भी पढ़िया सी जदों गुरु अमरदास जी की बाणी पढ़दे सी पिछले साल, उदों तुहानूं दस्सिया सी कि दो तरह के मनुख हुंदे आ, एक हुंदा मनमुख, एक हुंदा गुरमुख। गुरमुख वो बंदा ਜਿਹੜਾ ਗੁਰੂ ਦੇ ਕਹੇ ਤੇ ਚੱਲੇ, ਗੁਰੂ ਦੀ ਗੱਲ ਨੂੰ ਮੰਨੇ, ਉਹਨੂੰ ਆਪਾਂ ਕਹਿੰਦੇ ਆ ਗੁਰਮੁਖ। ਤੇ ਮਨਮੁਖ ਉਹ ਬੰਦਾ ਹੁੰਦਾ ਜਿਹੜਾ ਆਪਣੇ ਮਨ ਦੀ ਗੱਲ ਸੁਣਦਾ, ਗੁਰੂ ਦੇ ਕਹੇ ਤੇ ਨਹੀਂ ਚੱਲਦਾ, ਉਹਨੂੰ ਆਪਾਂ ਕਹਿੰਦੇ ਆ ਮਨਮੁਖ। ਤੇ ਮਨਮਤੀਆ ਉਸੇ ਮਨਮੁਖ ਦਾ ਇੱਕ ਕਹਿ ਦਈਏ ਕਿ ਸਮਾਨਾਰਥੀ ਸ਼ਬਦ ਹੀ ਲਾ ਲਓ ਕਿ ਮਨਮਤੀਆ ਜਿਹੜਾ ਮਨ ਦੀ ਮਤ ਦੇ ਅਨੁਸਾਰ ਚੱਲਦਾ ਹੈ, गुरु की कही तो गल तो नहीं चलता। इस अनुसार आपां जिन्ने भी इंसान आ, कदे भी इस गल के भुलेखे च ना रहीए कि जेकर असीं अरदास करते हैं तो उसका कोई लाभ नहीं होना। असीं अरदास करांगे, उसका लाभ जरूर होगा। इसलिए प्रार्थना करनी व्यर्थ नहीं गी। जेकर असीं अरदास सच्चे दिलों करते हैं, जो भी सानूं असीं प्राप्त साडे मन की इच्छा आ वो जरूर पूरी होगी। सदा इस गल नूं चेते रखो कि रब साडा दयालु पिता है, असीं भुल्लणहार पुत्तर हां। कि परमात्मा बहुत दयालु है ते असीं की है, भुल्लां करदे हां। जैसा बालक पाए सुभाई लख अपराध कमावे, जैसा बालक पाए सुभाई लख अपराध कमावे, कर उपदेश झिड़के वो पाती बोड़ पिता गल लावे। जिस तरह की एक छोटा बच्चा हुंदा है, वो जिन्नियां मर्जी गलतियां कर लवे, जिन्ने मर्जी अपराध कर लवे, जानी कि एक छोटा बच्चा अपराध मतलब कि छोटियां छोटियां उहदियां गलतियां हुंदियां छोटे बच्चे दियां, जिन्नियां मर्जी गलतियां कर लवे ते उहदा जिहड़ा पिता हुंदा है वो की करदा है, उहदियां सारियां गलतियां माफ कर दिंदा, उहनूं झिड़कदा है, पर अंत ते उहनूं गले ला दिंदा। उसी तरह परमात्मा जेकर असीं गलतियां करते हैं तो परमात्मा भी इसी तरह ही करता है। वो की करता है, वो साडे सारे अपराधां नूं, साडीआं सारियां बुराइयां नूं माफ करके वापस सानूं अपने घर नाल ला लैंदा। इसलिए ये जिहड़ी अरदास वाली गल है, ये बहुत सही है। आपां नूं हमेशा अरदास च विश्वास रखना चाहिए। परमेश्वर साडे नाल प्रेम करता है और उसनूं प्राप्त करन दी कुंजी भी उस नाल प्रेम करना है। दसम गुरु जी का वाक है, साच कहो सुन ले सबे, जिन प्रेम कियो तिन ही प्रभ पायो। कि जिहड़ा परमात्मा है वो सारियां नूं प्यार करदा, ते सानूं जिहड़ा गुरु नानक साहिब दी गुरु गोबिंद सिंह जी की जिहड़ी लिखत हैगी आ कि वो कहते कि मैं सच कहना है ते सारे इस गल नूं सुन लैण
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਕੀਤਾ ਆ ਜਾਂ ਪਰਮਾਤਮਾ ਨੂੰ ਜਿਹੜੇ ਮਨੁੱਖ ਪਿਆਰ ਕਰਦੇ ਆ, ਉਹ ਹੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੂੰ ਹੀ ਸੱਚੇ ਪਿਤਾ ਪਰਮਾਤਮਾ ਜਿਹੜਾ ਉਹਨਾਂ ਨੂੰ ਪ੍ਰਾਪਤ ਹੁੰਦਾ। ਇਹ ਦੁਨੀਆ ਥੋੜੇ ਦਿਨ ਹੈ, ਅੰਤ ਨੂੰ ਪਰਮੇਸ਼ਰ ਦੀ ਦਰਗਾਹ ਚੱਲਣਾ ਹੈ, ਜਿੱਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ ਹੈ। ਜਦੋਂ ਬੰਦਾ ਆਮ ਤੌਰ ਤੇ ਆਪਣੇ ਜਿੰਨੇ ਵੀ ਹਿੰਦੁਸਤਾਨੀ ਧਰਮ ਹੈਗੇ ਆ, ਉਹਨਾਂ ਦੇ ਵਿੱਚ ਜਾਣੀ ਕਿ ਭਾਰਤੀ ਧਰਮ ਜਿਹੜੇ ਚਾਹੇ ਸਿੱਖ ਆ ਚਾਹੇ ਮੁਸਲਮਾਨ ਵੀ, ਚਲੋ ਆਪਾਂ ਭਾਰਤੀ ਕਹਿ ਸਕਦੇ ਹਾਂ, ਵੈਸੇ ਦੂਸਰੇ ਦੇਸ਼ ਤੋਂ ਬਾਅਦ 'ਚ ਇੱਥੇ ਚਲੋ ਇਹਦਾ ਲੰਮਾ ਜਿੱਦਾਂ ਕਹਿ ਦਈਏ ਕਿ ਇਤਿਹਾਸ ਆ ਕਿ ਮੂਲ ਨਿਵਾਸੀ ਹਿੰਦੂ ਸੀਗੇ ਆਪਣੇ ਇਸ ਭਾਰਤ ਦੇ। ਉਸ ਤੋਂ ਬਾਅਦ ਕਿ ਇਹਦਾ ਇੱਕ ਲੰਬਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਬਾਬਰ ਤੋਂ ਪਹਿਲਾਂ ਵੀ ਮੁਸਲਮਾਨ ਸੈਨਿਕ ਆਏ ਤੇ ਫਿਰ ਹੌਲੀ ਹੌਲੀ ਕਿ ਇਹ ਧਰਮ ਇੱਥੇ ਆ ਗਿਆ। ਠੀਕ ਹੈ, ਜਾਣੀ ਕਿ ਜੇ ਆਪਾਂ ਇਤਿਹਾਸ 'ਚ ਜਾਈਏ ਤਾਂ ਬਹੁਤ ਲੰਬਾ ਇਤਿਹਾਸ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਧਰਮਾਂ ਤੋਂ ਭਾਵ ਕਿ ਜਿੰਨੇ ਵੀ ਧਰਮ ਇੱਥੇ ਹੈਗੇ ਆ ਹੁਣ ਵੀ ਚੱਲ ਰਹੇ ਆ, ਜਾਂ ਕਹਿ ਦਈਏ ਕਿ ਜ਼ਿਆਦਾਤਰ ਜਿਹੜੇ ਧਰਮ ਹੈ ਉਹਨਾਂ ਦੀ ਸਾਰਿਆਂ ਦੀ ਜਿਹੜੀ ਵਿਚਾਰਧਾਰਾ ਅੰਤ ਦੇ ਵਿੱਚ ਉਹ ਇਹੀ ਸੋਚਦੇ ਆ ਕਿ ਸਾਰੇ ਧਰਮ ਕਿ ਮਨੁੱਖ ਜਿਹੜਾ ਆ ਜਦੋਂ ਉਹਦੀ ਕਹਿ ਦਈਏ ਕਿ ਮੌਤ ਹੋ ਜਾਂਦੀ ਆ ਤੇ ਉਹਨੂੰ ਕੀ ਫਿਰ ਉਹਦੇ ਜਿਹੜੇ ਚੰਗੇ ਬੁਰੇ ਕੰਮਾਂ ਦਾ ਕੀ ਆ ਨਿਸਤਾਰਾ, ਮਤਲਬ ਕਿ ਉਹਦੇ ਚੰਗੇ ਬੁਰੇ ਕੰਮਾਂ ਦਾ ਜਿਹੜਾ ਲੇਖਾ ਜੋਖਾ ਹੁੰਦਾ। ਜਿਸ ਤਰ੍ਹਾਂ ਇੱਥੇ ਲਿਖਿਆ ਆਪਾਂ ਨਾ ਕਿ ਇਹ ਦੁਨੀਆ ਥੋੜੇ ਦਿਨ ਹੈ, ਅੰਤ ਨੂੰ ਪਰਮੇਸ਼ਰ ਦੀ ਦਰਗਾਹ ਚੱਲਣਾ ਹੈ, ਜਿੱਥੇ ਭਲੇ ਬੁਰੇ ਕੰਮਾਂ ਦਾ ਨਿਸਤਾਰਾ ਹੋਣਾ। ਤਾਂ ਸਦਾ ਦੀ ਖੁਸ਼ੀ ਜਾਂ 84 ਲੱਖ ਜੂਨਾਂ ਦਾ ਨਰਕ। ਕਿ ਹੁਣ ਇੱਕ ਆਪਣੇ ਸਾਰੇ ਧਰਮਾਂ ਦੇ ਵਿੱਚ ਜਾਣੀ ਕਿ ਹਿੰਦੂ ਧਰਮ ਦੇ ਵਿੱਚ ਔਰ ਸਿੱਖ ਧਰਮ ਦੇ ਵਿੱਚ ਵੀ ਕਈ ਥਾਵਾਂ ਤੇ ਇਹ ਗੱਲ ਆਉਂਦੀ ਹੈ 84 ਲੱਖ ਜੂਨਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਮਨੁੱਖ ਦਾ ਜਨਮ ਆ ਉਹ ਮਨੁੱਖ ਨੂੰ 84 ਲੱਖ ਜੂਨਾਂ ਭੁਗਤ ਕੇ ਮਨੁੱਖ ਨੂੰ ਇਹ ਜੂਨ ਮਨੁੱਖ ਦੀ ਪ੍ਰਾਪਤ ਹੁੰਦੀ ਹੈ। ਤੇ ਇਸੇ ਲਈ ਕਿ ਜੇਕਰ ਅਸੀਂ ਚੰਗੇ ਕਰਮ ਕਰਦੇ ਹਾਂ ਤੇ ਸਾਨੂੰ ਉਹਦਾ ਚੰਗਾ ਫਲ ਮਿਲਦਾ ਹੈ, ਨਹੀਂ ਤਾਂ ਮਨੁੱਖ ਸਾਰੀ ਕਹਿ ਦਈਏ ਕਿ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ ਤਾਂ ਕਹਿ ਹੀ ਨਹੀਂ ਸਕਦੇ ਕਿਉਂਕਿ ਮਰਨ ਤੋਂ ਬਾਅਦ ਜ਼ਿੰਦਗੀ ਨਹੀਂ ਹੁੰਦੀ। ਵੈਸੇ ਕਿ ਹਮੇਸ਼ਾ ਹੀ ਮਨੁੱਖ ਇਹਨਾਂ 84 ਲੱਖ ਜੂਨਾਂ ਦੇ ਵਿੱਚ ਭੁਗਤਦਾ, ਜਾਣੀ ਕਿ ਵਾਰ-ਵਾਰ ਜਨਮ ਲੈਂਦਾ ਰਹਿੰਦਾ, ਵਾਰ-ਵਾਰ ਘੁੰਮਦਾ ਰਹਿੰਦਾ। ਤਾਂ ਤੇ ਭਲਾ ਇਹ ਹੈ ਕਿ ਉਹ ਪਾਪੀ ਵਾਂਗੂ ਇਸ ਜਗਤ ਵਿੱਚ ਪਿਤਾ ਤੋਂ ਪਾਪ ਬਖਸ਼ਾ ਕੇ ਕੁਝ ਭਜਨ ਰੂਪੀ ਖੇਪ ਲੱਦ ਲਓ। ਜਗਤ ਦਾ ਵਿਹਾਰ ਸ਼ੁੱਧ ਰੱਖੋ ਤੇ ਮਨ ਕਰਤਾਰ ਵੱਲ ਰੱਖੋ ਔਰ ਸਦੀਵ ਪ੍ਰਾਰਥਨਾ ਕਰੋ। ਇਸ ਲਈ ਇਹਨਾਂ ਸਾਰੀਆਂ ਵਿਕਾਰਾਂ ਤੋਂ ਬੁਰਾਈਆਂ ਤੋਂ ਬਚਣ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਆ ਤੇ ਕੀ ਕਰਨਾ ਚਾਹੀਦਾ, ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਤੇ ਹਮੇਸ਼ਾ ਅਰਦਾਸ ਕਰਨੀ ਚਾਹੀਦੀ। ਹੁਣ ਜਿਹੜਾ ਸਾਡਾ ਸਾਰਾ ਪਾਠ ਸੀਗਾ ਇਹ ਇਸੇ ਗੱਲ ਉੱਤੇ ਕਹਿ ਦਈਏ ਕਿ ਨਿਰਧਾਰਿਤ ਸੀਗਾ, ਇਸੇ ਗੱਲ ਨੂੰ ਨਿਰਧਾਰਿਤ ਸੀ ਕਿ ਇਹ ਸਾਰੇ ਦਾ ਸਾਰਾ ਜਤਾਲਾ ਵਿੱਚ ਅਰਦਾਸ ਦਾ ਮਹੱਤਵ ਦੱਸਿਆ ਗਿਆ ਕਿ ਅਰਦਾਸ ਕਿਉਂ ਜ਼ਰੂਰੀ ਹੈ। ਆਪਾਂ ਨੂੰ ਵੱਖ-ਵੱਖ ਉਦਾਹਰਨਾਂ ਦੁਆਰਾ ਇਹ ਗੱਲ ਇਹਦੇ 'ਚ ਸਮਝਾਈ ਗਈ ਹੈ।